ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ ਮਾਈ ਚੈਨਲ ਸਾਂਝ ਵਿਦ ਅੰਮ੍ਰਿਤ। ਅੱਜ ਮੈਂ ਗੱਲ ਕਰਨ ਆਈ ਹਾਂ ਉਸ ਮੁੱਦੇ ਤੇ ਜੋ ਕਿ ਸਾਰੇ ਹੀ ਪੰਜਾਬ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ। ਜੀ ਹਾਂ, ਗੱਲ ਕਰਨ ਆਈ ਹਾਂ ਕਿਸਾਨ ਬਿੱਲ ਬਾਰੇ। ਸਾਨੂੰ ਬਹੁਤ ਸਾਰਿਆਂ ਨੂੰ ਇਹ ਲੱਗ ਰਿਹਾ ਆ ਕਿ ਇਹ ਜੋ ਬਿੱਲ ਪਾਸ ਹੋਇਆ ਆ ਇਹ ਕਿਤੇ ਨਾ ਕਿਤੇ ਸਿਰਫ ਕਿਸਾਨਾਂ ਲਈ ਹੀ ਨੁਕਸਾਨਦੇਹ ਆ। ਕੁਝ ਇਹੋ ਜਿਹੀਆਂ ਗਲਤ ਫਹਿਮੀਆਂ ਨੂੰ ਦੂਰ ਕਰਨ ਲਈ ਕੀ ਨੇ ਇਹ ਬਿੱਲ, ਕੀ ਨੇ ਇਹਨਾਂ ਦੇ ਫਾਇਦੇ ਤੇ ਕੀ ਨੇ ਇਹਨਾਂ ਦੇ ਨੁਕਸਾਨ, ਇਹੋ ਜਿਹੀਆਂ ਹੀ ਕੁਝ ਗੱਲਾਂ ਮੈਂ ਆਪਣੀ ਸਮਝ ਮੁਤਾਬਿਕ ਤੁਹਾਡੇ ਨਾਲ ਅੱਜ ਕਰਨ ਆਈ ਹਾਂ। ਸੋ ਬਿੱਲ ਪਾਸ ਹੋ ਗਿਆ, ਜੋ ਸਰਕਾਰਾਂ ਨੇ ਕਰਨਾ ਸੀ ਉਹਨਾਂ ਨੇ ਕਰ ਲਿਆ। ਕਿਸਾਨ ਜਗ੍ਹਾ ਜਗ੍ਹਾ ਧਰਨਾ ਦੇ ਰਹੇ ਨੇ। ਅਸੀਂ ਹਮੇਸ਼ਾ ਪੰਜਾਬ ਬਾਰੇ ਇਹੀ ਸੁਣਦੇ ਹਾਂ ਕਿ ਪੰਜਾਬ ਦੀ ਜਵਾਨੀ ਰੁਲ ਗਈ, ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ। ਪਰ ਅੱਜ ਉਸ ਧਰਤੀ ਦੇ ਜਾਇਆਂ ਨੇ ਇੱਕ ਵਾਰੀ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਇਸ ਚੀਜ਼ ਦਾ ਅਹਿਸਾਸ ਜ਼ਰੂਰ ਕਰਵਾ ਦਿੱਤਾ ਕਿ ਅਜੇ ਵੀ ਸਾਡਾ ਜ਼ਮੀਰ ਜੀਂਦਾ ਆ। ਅਸੀਂ ਮਰੇ ਨਹੀਂ, ਪੰਜਾਬੀ ਜੀਂਦੇ ਨੇ। ਤੇ ਕਿਉਂ ਵੀ ਨਾ ਲੜੀਏ, ਸਾਡੇ ਖੂਨ ਵਿੱਚ ਹੀ ਲੜਾਈ ਕਰਨਾ ਸਿੱਖਿਆ ਆ। ਅਸੀਂ ਹਮੇਸ਼ਾ ਤੋਂ ਹੀ ਜ਼ੁਲਮ ਦੇ ਖਿਲਾਫ ਲੜੇ ਆ। ਜੇ ਗੱਲ ਕਰੀਏ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਤੇ ਅੱਜ ਤੱਕ ਦੇ ਵੇਲੇ ਤੱਕ ਅਸੀਂ ਬਹੁਤ ਲੜਾਈਆਂ ਲੜੀਆਂ ਨੇ ਜ਼ੁਲਮ ਦੇ ਖਿਲਾਫ। ਸ਼ਹੀਦ ਭਗਤ ਸਿੰਘ ਵੀ ਇਸੇ ਧਰਤੀ ਦਾ ਜਾਇਆ ਸੀ, ਜਿਨੇ ਹੱਸਦੇ ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ ਤੇ ਆਪਣੇ ਆਪ ਨੂੰ ਟੰਗ ਲਿਆ। ਤੇ ਇਹ ਦੇਖ ਕੇ ਮੈਨੂੰ ਲੱਗਦਾ ਕਿ ਸਰਕਾਰਾਂ ਇਹ ਭੁੱਲ ਗਈਆਂ ਕਿ ਜੇ ਅਸੀਂ ਆਪਣੇ ਆਪ ਨੂੰ ਟੰਗਣਾ ਜਾਣਦੇ ਹਾਂ ਤਾਂ ਸਾਨੂੰ ਦੂਜਿਆਂ ਨੂੰ ਟੰਗਣ 'ਚ ਵੀ ਬਹੁਤਾ ਚਿਰ ਨਹੀਂ ਲੱਗਦਾ। ਅਸੀਂ ਉਸੇ ਧਰਤੀ ਦੇ ਜਾਏ ਹਾਂ ਜਿੱਥੇ 21 ਸਿੰਘਾਂ ਨੇ ਸਾਰਾਗੜ੍ਹੀ ਦੀ ਲੜਾਈ ਵਿੱਚ 10,000 ਮੁਗਲਾਂ ਨੂੰ ਵਕਤ ਪਾ ਦਿੱਤਾ ਸੀਗਾ। ਤੇ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰਾਂ ਕਿਸ ਉਮੀਦ ਨਾਲ ਪੰਜਾਬੀਆਂ ਨਾਲ ਧੱਕਾ ਕਰਨ ਦੀ ਸੋਚ ਰਹੀਆਂ ਨੇ। ਸੋ ਅਸੀਂ ਉਨਾ ਚਿਰ ਆਪਣੀ ਲੜਾਈ ਨੂੰ ਚੰਗੀ ਤਰ੍ਹਾਂ ਨਹੀਂ ਲੜ ਸਕਦੇ ਜਿੰਨੀ ਦੇਰ ਤੱਕ ਸਾਨੂੰ ਇਹੀ ਸਮਝ ਨਹੀਂ ਆਉਂਦਾ ਕਿ ਸਾਡੀ ਲੜਾਈ ਕਿਸ ਚੀਜ਼ ਦੇ ਖਿਲਾਫ ਹੈ। ਸੋ ਉਹੀ ਗੱਲ ਮੈਂ ਅੱਜ ਕਰਨ ਆਈ ਹਾਂ ਕਿ ਜਿੰਨਾ ਕੁ ਮੈਨੂੰ ਇਹਨਾਂ ਬਿੱਲਾਂ ਦਾ ਸਮਝ ਆਇਆ ਕਿ ਕੀ ਸਰਕਾਰ ਕਰਨਾ ਚਾਹੁੰਦੀ ਆ, ਮੈਂ ਆਪਣੀ ਸਮਝ ਦੇ ਮੁਤਾਬਿਕ ਤੁਹਾਡੇ ਨਾਲ ਉਹਦੇ ਬਾਰੇ ਗੱਲ ਕਰਾਂਗੀ। ਮੈਂ ਤੁਹਾਨੂੰ ਇਹਨਾਂ ਬਿੱਲਾਂ ਬਾਰੇ ਇੱਕ ਇੱਕ ਕਰਕੇ ਦੱਸਾਂਗੀ ਤੇ ਫਿਰ ਆਪਾਂ ਡਿਸਕਸ ਕਰਾਂਗੇ ਕਿ ਕੀ ਕੀਤਾ ਜਾ ਸਕਦਾ ਹੈ। ਸੋ ਜੀ, ਜੋ ਪਹਿਲਾ ਬਿੱਲ ਹੈ ਉਹ ਹੈ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ। ਇਸ ਬਿੱਲ ਦੇ ਅੰਦਰ ਕੀ ਹੋ ਰਿਹਾ ਆ ਕਿ ਜਿਹੜੇ ਕਿਸਾਨ ਆ ਉਹਨਾਂ ਨੂੰ ਫ੍ਰੀ ਮਾਰਕੀਟ ਪ੍ਰੋਵਾਈਡ ਕਰ ਦਿੱਤੀ ਗਈ ਆ, ਜਿਹਦਾ ਮਤਲਬ ਇਹ ਆ ਕਿ ਉਹ ਇੰਟਰ ਐਂਡ ਇੰਟਰਾ ਸਟੇਟ ਟ੍ਰੇਡ ਕਰ ਸਕਦੇ ਨੇ। ਉਹ ਕਿਤੇ ਵੀ ਆਪਣੀ ਫਸਲ ਨੂੰ ਲਿਜਾ ਕੇ ਵੇਚ ਸਕਦੇ ਨੇ ਤੇ ਉਹਨਾਂ ਲਈ ਕੋਈ ਵੀ ਰੋਕ ਟੋਕ ਨਹੀਂ ਹੋਏਗੀ। ਜਿਹੜੀਆਂ ਲੋਕਲ ਮੰਡੀਆਂ ਨੇ ਪਹਿਲਾਂ ਜਿੱਦਾਂ ਆਮ ਅਸੀਂ ਆਪਣੇ ਨਾਲ ਦੀ ਘਰ ਦੇ ਨੇੜੇ ਵਾਲੀ ਮੰਡੀ ਦੇ ਤੇ ਜਾ ਕੇ ਆਪਣੀ ਫਸਲ ਸੁੱਟ ਦਿੰਦੇ ਸੀ ਤੇ ਸਾਨੂੰ ਬਣਦਾ ਮੁੱਲ ਮਿਲਦਾ ਸੀ, ਉਹ ਵਾਲੀਆਂ ਮੰਡੀਆਂ ਵੀ ਰਹਿਣਗੀਆਂ। ਤੇ ਨਾਲ ਦੀ ਨਾਲ ਸਰਕਾਰ ਦਾ ਕਹਿਣਾ ਆ ਕਿ ਅਸੀਂ ਕਿਸਾਨਾਂ ਨੂੰ ਜ਼ਿਆਦਾ ਆਪਸ਼ਨਸ ਦੇ ਰਹੇ ਹਾਂ ਕਿ ਜਿੱਥੇ ਵੀ ਉਹਨਾਂ ਨੂੰ ਜ਼ਿਆਦਾ ਮੁੱਲ ਮਿਲਦਾ ਆ ਪ੍ਰਾਈਵੇਟ ਕੰਪਨੀਜ਼ ਆਉਣਗੀਆਂ, ਪ੍ਰਾਈਵੇਟ ਪਲੇਅਰਸ ਆਉਣਗੇ ਤੇ ਉਹਨਾਂ ਤੋਂ ਮਤਲਬ ਉਹਨਾਂ ਮੰਡੀਆਂ ਤੋਂ ਇਲਾਵਾ ਵੀ ਉਹ ਕਿਤੇ ਵੀ ਜਾ ਕੇ ਆਪਣੀ ਫਸਲ ਨੂੰ ਵੇਚ ਸਕਦੇ ਨੇ। ਸੋ ਦੇਖਣ ਨੂੰ ਸੁਣਨ ਨੂੰ ਇਹ ਗੱਲ ਬਹੁਤ ਵਧੀਆ ਲੱਗਦੀ ਆ, ਪਰ ਜੇ ਹੁਣ ਅਸੀਂ ਇਹਦੀ ਡੂੰਘਾਈ ਵਿੱਚ ਜਾਈਏ ਤਾਂ ਮਾਲਵੇ ਵਿੱਚ ਤਾਂ ਮੈਨੂੰ ਲੱਗਦਾ ਕਿ ਲੋਕਾਂ ਕੋਲ ਬਹੁਤ ਜ਼ਮੀਨਾਂ ਹੈਗੀਆਂ ਨੇ, ਉਹਨਾਂ ਕੋਲ 100-100 ਕਿੱਲਿਆਂ ਦੇ ਮਾਲਕ ਵੀ ਨੇ ਲੋਕ। ਪਰ ਮੇਰਾ ਖੁਦ ਦਾ ਪਿਛੋਕੜ ਮਾਝੇ ਤੋਂ ਹੋਣ ਦੇ ਕਾਰਨ ਮੈਨੂੰ ਇਸ ਗੱਲ ਦਾ ਪਤਾ ਆ ਕਿ ਮਾਝੇ ਵੱਲ ਜਿਹੜੇ ਬੰਦੇ ਕੋਲ 12 ਤੋਂ 15 ਕਿੱਲੇ ਵੀ ਹੈਗੇ ਨੇ ਉਹਨੂੰ ਬਹੁਤ ਵਧੀਆ ਸਮਝਿਆ ਜਾਂਦਾ ਆ ਤੇ ਆਮ ਇਨਸਾਨ ਕੋਲੋਂ 4 ਤੋਂ 5 ਕਿੱਲੇ, ਜਿਹੜੇ ਛੋਟੇ ਕਿਸਾਨ ਨੇ ਉਹਨਾਂ ਕੋਲ 4 ਤੋਂ 5 ਕਿੱਲੇ ਜ਼ਮੀਨ ਦੇ ਨੇ। ਤੇ ਇੱਕ 4 ਤੋਂ 5 ਕਿੱਲੇ ਵਾਲਾ ਜਿਹੜਾ ਕਿਸਾਨ ਆ ਉਹ ਕਿਉਂ ਆਪਣੀ ਫਸਲ ਲੋਕਲ ਮੰਡੀ ਨੂੰ ਛੱਡ ਕੇ ਚੰਡੀਗੜ੍ਹ ਜਾਂ ਕਿਸੇ ਹੋਰ ਸਟੇਟ 'ਚ ਲੈ ਕੇ ਜਾਊਗਾ? ਕੀ ਉਹਦੇ ਕੋਲ ਇੰਨੀ ਸਹੂਲਤ ਹੋਊਗੀ?
ਜਾਂ ਕੀ ਉਹਨੂੰ ਇੰਨਾ ਵਕਤ ਪਿਆ ਹੋਊਗਾ ਕਿ ਉਹ ਘਰੋਂ ਬੇਘਰ ਹੋਇਆ ਫਿਰੇ 4-5 ਕਿੱਲਿਆਂ ਦੀ ਜ਼ਮੀਨ ਦੀ ਫਸਲ ਨੂੰ ਵੇਚਣ ਲਈ। ਸੋ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਕੋਈ ਵੀ ਫੈਸਲਾ ਜਦੋਂ ਕਰਨਾ ਚਾਹੀਦਾ ਆ, ਸਭ ਤੋਂ ਜ਼ਿਆਦਾ ਸਮਝਦਾਰੀ ਵਾਲੀ ਗੱਲ ਇਹ ਹੁੰਦੀ ਆ ਕਿ ਜਿਹੜਾ ਗਰੀਬ ਵਰਗ ਆ, ਜਿਹੜਾ ਸਭ ਤੋਂ ਗਰੀਬ ਕਿਸਾਨ ਆ, ਉਹਦੇ ਤੇ ਉਸ ਚੀਜ਼ ਦਾ ਕੀ ਫਰਕ ਪਊਗਾ। ਤੇ ਮੈਨੂੰ ਨਹੀਂ ਲੱਗਦਾ ਕਿ ਇਸ ਬਿੱਲ 'ਚ ਉਹਨਾਂ ਬਾਰੇ ਕੋਈ ਸੋਚਿਆ ਵੀ ਗਿਆ ਆ। ਟਰੰਪ, ਟਰੂਡੋ, ਜਿਹੜੇ ਕਿ ਇੰਨੇ ਵੱਡੇ ਵੱਡੇ ਦੇਸ਼ਾਂ ਦੇ, ਡਿਵੈਲਪਡ ਦੇਸ਼ਾਂ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਕਹਿ ਦਿੱਤਾ ਕਿ ਇਹ ਬਿੱਲ ਬਹੁਤ ਹੀ ਗਲਤ ਚੀਜ਼ ਆ ਜੋ ਸਾਨੂੰ ਕਿਤੇ ਨਾ ਕਿਤੇ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਦੇਏਗੀ। ਤੇ ਫਿਰ ਸਮਝ ਨਹੀਂ ਆਉਂਦੀ ਕਿ ਇਹ ਸਰਕਾਰਾਂ ਕਿਸ ਸ਼ੋਰਟੀ ਨਾਲ ਇਹ ਬਿੱਲ ਕਿਸਾਨਾਂ ਤੇ ਥੋਪ ਰਹੀਆਂ ਨੇ। 2006 ਵਿੱਚ ਇਹ ਬਿੱਲ ਬਿਹਾਰ ਵਿੱਚ ਪਾਸ ਕੀਤਾ ਗਿਆ ਸੀ। ਤੇ ਜਿਹੜੇ ਪ੍ਰਵਾਸੀ ਮਜ਼ਦੂਰ ਸਾਡੇ ਕੋਲ ਆਉਂਦੇ ਨੇ, ਸਾਨੂੰ ਲੱਗਦਾ ਕਿ ਉਹ ਸ਼ਾਇਦ ਗਰੀਬ ਹੋਣਗੇ ਘਰੋਂ, ਪਰ ਕਦੇ ਉਹਨਾਂ ਨੂੰ ਪੁੱਛ ਕੇ ਵੇਖਿਓ, ਉਹਨਾਂ ਕੋਲ ਵੀ ਵਧੀਆ ਸੱਜਦੀ ਪੁੱਜਦੀ ਜ਼ਮੀਨ ਹੁੰਦੀ ਆ, ਪਰ ਉਹਨਾਂ ਨੂੰ ਉੱਥੇ ਉਹਦਾ ਮੁੱਲ ਨਹੀਂ ਮਿਲਦਾ ਤੇ ਉਹ ਮਜਬੂਰ ਹੋ ਗਏ ਨੇ ਬਾਹਰ ਆ ਕੇ ਇਹ ਕੁਛ ਕਰਨ ਲਈ। ਯੂਰਪ ਵਿੱਚ ਇਹ ਢਾਂਚਾ ਥੋੜ੍ਹਾ ਜਿਹਾ ਸਕਸੈਸਫੁਲ ਹੋਇਆ, ਉਹ ਇਸ ਕਰਕੇ ਕਿਉਂਕਿ ਉੱਥੇ ਕਿਸਾਨਾਂ ਨੂੰ 100 ਬਿਲੀਅਨ ਤੋਂ ਵੀ ਉੱਪਰ ਸਬਸਿਡੀ ਦਿੱਤੀ ਜਾਂਦੀ ਆ, ਜਿਹਦੇ ਨਾਲ ਕਿਸਾਨ ਕਦੇ ਵੀ ਭੁੱਖਾ ਨਹੀਂ ਮਰਦਾ। ਤੇ ਸਾਡੀਆਂ ਸਰਕਾਰਾਂ ਕਿਸ ਉਮੀਦ ਨਾਲ ਇਹ ਕਰ ਰਹੀਆਂ ਨੇ, ਸਮਝ ਤੋਂ ਬਾਹਰ ਆ। ਸੋ ਐਗਰੀਕਲਚਰ ਪ੍ਰੋਡਕਟ ਮਾਰਕੀਟ ਕਮੇਟੀ, ਜਿਹਨੂੰ ਕਿ APMC ਕਹਿੰਦੇ ਆ, ਜਿਹਦੇ ਅੰਡਰ ਲੋਕਲ ਮੰਡੀਆਂ ਆਉਂਦੀਆਂ ਨੇ, ਤੇ ਜਾਂ ਫਿਰ ਅਸੀਂ ਗੱਲ ਕਰੀਏ ਮਿਨੀਮਮ ਸਪੋਰਟ ਪ੍ਰਾਈਸ ਦੀ, ਜਿਨ੍ਹਾਂ ਨੂੰ ਇਹ ਕਹਿ ਰਹੇ ਕਿ ਅਸੀਂ ਖਤਮ ਨਹੀਂ ਕਰ ਰਹੇ, ਪਰ ਇੱਕ ਟਾਈਮ ਆਏਗਾ ਕਿ ਉਹ ਖਤਮ ਹੋ ਜਾਣੀਆਂ ਆ, ਕਿਉਂਕਿ ਜਦੋਂ ਕਿਸਾਨ ਨੂੰ ਇਹ ਜਿਹੜੇ ਪ੍ਰਾਈਵੇਟ ਪਲੇਅਰਸ ਨੇ ਉਹ ਪਹਿਲਾਂ ਲਾਲਚ ਦੇਣਗੇ ਕਿ ਜੀ ਜੇ ਉਹਨਾਂ ਨੂੰ ਕਿਤੇ 1500 ਮਿਲਦਾ ਆ ਤੇ ਉਹਨਾਂ ਨੂੰ 2000 ਦੇਣਗੇ, ਤੇ ਵਿਚਾਰੇ ਛੋਟੇ ਕਿਸਾਨ ਨੇ 2000 ਵਾਲੇ ਕੋਈ ਜਾਣਾ ਕਿ ਚੱਲ ਜੇ ਮੈਨੂੰ ਥੋੜਾ ਬਹੁਤਾ ਫਾਇਦਾ ਹੋ ਜੇ। ਉਹਦੇ ਨਾਲ ਕੀ ਹੋਏਗਾ ਕਿ ਸਹਿਜੇ ਸਹਿਜੇ ਜਿਹੜੀਆਂ ਲੋਕਲ ਮੰਡੀਆਂ ਨੇ ਉਹ ਇਹਨਾਂ ਦੇ ਕੰਪੀਟੀਸ਼ਨ ਚੋਂ ਨਿਕਲ ਜਾਣੀਆਂ ਆ। ਇੱਥੇ ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਚਾਹੂੰਗੀ ਜੀਓ ਸਿਮ ਦੀ। ਜੀਓ ਜਦੋਂ ਆਇਆ ਸੀ ਤਾਂ 300 ਵਿੱਚ ਸਾਰਾ ਕੁਝ ਫ੍ਰੀ ਮਿਲਦਾ ਸੀਗਾ, ਠੀਕ ਆ, ਲੋਕਾਂ ਨੇ ਵਧੀਆ ਹੈ ਨਾ ਚਲਾਇਆ ਉਹਨੂੰ। ਪਰ ਜਦੋਂ ਜਿਹੜੇ ਦੂਸਰੇ ਕੰਪੀਟੀਟਰਸ ਸੀਗੇ, ਵੋਡਾਫੋਨ ਵਗੈਰਾ, ਉਹਨਾਂ ਦਾ ਜਦੋਂ ਕੰਮ ਥੋੜਾ ਘਟ ਗਿਆ ਤੇ ਉਹੀ ਜੀਓ 1200 ਦਾ ਹੋ ਗਿਆ। ਤੇ ਇਹੀ ਕੰਮ ਇੱਥੇ ਹੋਣਾ ਆ। ਫਿਰ ਇਹਨਾਂ ਨੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਬਣਦਾ ਮੁੱਲ ਨਹੀਂ ਦੇਣਾ, ਇੱਕ ਵਾਰੀ ਸਿਰਫ ਕੰਪੀਟੀਸ਼ਨ ਚੋਂ ਕੱਢਣਾ ਆ। ਦੂਸਰੀ ਗੱਲ ਕਿ ਜਦੋਂ ਇਹ ਲੋਕਲ ਮੰਡੀਆਂ ਵਿੱਚ ਫਸਲ ਸੁੱਟੀ ਜਾਂਦੀ ਆ, ਉੱਥੇ ਟੈਕਸ ਨਾਲ ਬਹੁਤ ਵੱਡੀ ਆਮਦਨ ਹੁੰਦੀ ਆ, 6 ਤੋਂ 8% ਟੈਕਸ ਨਾਲ ਬਹੁਤ ਵੱਡੀ ਆਮਦਨ ਹੁੰਦੀ ਆ, ਜਿਹਦੇ ਨਾਲ ਕਿ ਪਿੰਡਾਂ ਦੀ ਡਿਵੈਲਪਮੈਂਟ ਹੁੰਦੀ ਆ। ਨਾਲੀਆਂ, ਨਾਲੇ ਜੋ ਵੀ ਉਹਨਾਂ ਦਾ ਪਿੰਡਾਂ ਦੀ ਗ੍ਰਾਂਟ ਸਰਪੰਚਾਂ ਨੂੰ ਦਿੱਤੀ ਜਾਂਦੀ ਆ ਕਿ ਪਿੰਡਾਂ 'ਚ ਸੱਥ ਬਣਾਓ, ਜਾਂ ਜੋ ਵੀ ਉਹਨਾਂ ਨੂੰ ਲੋੜ ਆ, ਪਾਣੀ ਦੀ, ਸੜਕਾਂ ਦੀ ਕਮੀ, ਕਿਸੇ ਵੀ ਚੀਜ਼ ਦੀ। ਤੇ ਜਿਹੜੇ ਵੱਡੇ ਪਲੇਅਰ ਆਉਣਗੇ, ਪ੍ਰਾਈਵੇਟ ਕੰਪਨੀਜ਼ ਆਉਣਗੀਆਂ, ਉਹਨਾਂ ਲਈ ਇਹ ਚੀਜ਼ ਖਤਮ ਕਰ ਦਿੱਤੀ ਗਈ ਆ। ਸੋ ਇੱਥੇ ਵੀ ਪੰਜਾਬ ਨੂੰ ਬਹੁਤ ਵੱਡਾ ਘਾਟਾ ਹੋਏਗਾ। ਸੋ ਇਹ ਹੈ ਜੀ ਪਹਿਲੇ ਬਿੱਲ ਦੀ ਸੱਚਾਈ। ਹੁਣ ਗੱਲ ਕਰਦੇ ਹਾਂ ਦੂਸਰੇ ਬਿੱਲ ਬਾਰੇ, ਜਿਹਨੂੰ ਕਿ ਨਾਮ ਦਿੱਤਾ ਗਿਆ ਆ ਫਾਰਮਰਸ ਐਮਪਾਵਰਮੈਂਟ ਐਂਡ ਪ੍ਰੋਟੈਕਸ਼ਨ। ਜੇ ਪੰਜਾਬੀ ਵਿੱਚ ਦੱਸਾਂ ਤਾਂ ਉਹ ਇੱਥੇ ਕਹਿ ਰਹੇ ਨੇ ਕਿ ਅਸੀਂ ਇਹ ਬਿੱਲ ਕਿਸਾਨਾਂ ਦੀ ਰੱਖਿਆ ਲਈ ਬਣਾਇਆ ਆ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜਿੱਦਾਂ ਅਸੀਂ ਫਸਲ ਬੀਜਣ ਤੋਂ ਪਹਿਲਾਂ ਹੀ ਕਿਸੇ ਪ੍ਰਾਈਵੇਟ ਕੰਪਨੀ ਨਾਲ ਇਹ ਡੀਲ ਕਰ ਲਈਏ ਕਿ ਜਿੰਨੀ ਵੀ ਫਸਲ ਹੋਏਗੀ ਉਹਦਾ ਇਹ ਮਤਲਬ ਕੋਈ ਇੱਕ ਨਿਰਧਾਰਿਤ ਮੁੱਲ ਉਹ ਸਾਨੂੰ ਫਸਲ ਪੱਕਣ ਤੇ ਦੇਣਗੇ। ਤੇ ਉਹ ਐਗਰੀਮੈਂਟ ਹੋਏਗਾ 10 ਸਾਲਾਂ ਲਈ, 15 ਸਾਲਾਂ ਲਈ, ਜਿੰਨਾ ਚਿਰ ਵੀ ਉਹ ਮਤਲਬ ਸਹਿਮਤੀ ਨਾਲ ਕਰ ਦਿੱਤਾ ਜਾਏਗਾ। ਸੋ ਇੱਥੇ ਗੱਲ ਇਹ ਆ ਕਿ ਜਿਹੜੀ ਚੀਜ਼ ਦਾ ਬੀਜਣ ਤੋਂ ਪਹਿਲਾਂ ਹੀ ਐਗਰੀਮੈਂਟ ਹੋ ਗਿਆ, ਸਾਨੂੰ ਨਹੀਂ ਪਤਾ ਕਿ ਉਹਦਾ ਝਾੜ ਕਿੱਦਾਂ ਦਾ ਹੋਊਗਾ, ਕਿਉਂਕਿ ਸੋਕਾ, ਗੜੇਮਾਰੀਆਂ, ਜਿਹੜੀਆਂ ਕੁਦਰਤੀ ਆਫਤਾਂ ਨੇ, ਉਹਨਾਂ ਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹੁੰਦਾ। ਤੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿੱਥੇ ਮਾਝੇ ਵੱਲ, ਜਿੱਥੇ ਇੰਨਾ ਜ਼ਿਆਦਾ ਗੰਨਾ
ਆਲਰੇਡੀ ਬੀਜਿਆ ਜਾਂਦਾ ਆ ਤੇ ਉਹ ਜਦੋਂ ਮਿੱਲਾਂ 'ਚ ਸੁੱਟਿਆ ਜਾਂਦਾ ਤੇ 2-2 ਸਾਲ ਉਹਨਾਂ ਦੀ ਪੇਮੈਂਟ ਨਹੀਂ ਕੀਤੀ ਜਾਂਦੀ, ਉੱਥੇ ਤੁਸੀਂ ਕੀ ਉਮੀਦ ਲਾ ਕੇ ਰੱਖਦੇ ਹੋ ਕਿ ਸਰਕਾਰਾਂ ਤੁਹਾਨੂੰ ਉਸ ਅਗਰੀਮੈਂਟ ਦੇ ਆਧਾਰ ਤੇ ਜਦੋਂ ਵੀ ਤੁਸੀਂ ਫਸਲ ਸੁੱਟ ਦੋਗੇ ਤੇ ਉਸੇ ਵੇਲੇ ਤੁਹਾਡੀ ਪੇਮੈਂਟ ਕਰ ਦਿੱਤੀ ਜਾਏਗੀ? ਪੋਸੀਬਲ ਨਹੀਂ ਲੱਗਦਾ। ਤੇ ਦੂਸਰੀ ਗੱਲ, ਜਦੋਂ ਤਾਂ ਮੈਨੂੰ ਲੱਗਦਾ ਕਿ ਫਸਲ ਵਧੀਆ ਹੋਊਗੀ ਉਦੋਂ ਤਾਂ ਸ਼ਾਇਦ ਉਹ ਕਰ ਵੀ ਦੇਣ ਤੇ ਥੋੜੇ ਸਾਲਾਂ ਲਈ ਕਰ ਦੇਣ, ਪਰ ਹੌਲੀ ਹੌਲੀ ਉਹ ਤੁਹਾਨੂੰ ਖਰਾਬ ਕਰਨਾ ਸ਼ੁਰੂ ਕਰ ਦੇਣਗੇ। ਕਿਉਂਕਿ ਕਿਤੇ ਨਾ ਕਿਤੇ ਮੈਂ ਸਰਦਾਰ ਬਲਬੀਰ ਸਿੰਘ ਰਾਜੇਵਾਲ, ਜੋ ਕਿ ਕਿਸਾਨ ਯੂਨੀਅਨ 'ਚ ਉਹਨਾਂ ਦਾ ਬਹੁਤ ਵੱਡਾ ਨਾਮ ਆ, ਉਹਨਾਂ ਦੀ ਇੰਟਰਵਿਊ 'ਚ ਮੈਂ ਇਹ ਸੁਣਿਆ ਕਿ ਇਹੋ ਜਿਹੀਆਂ ਸਕੀਮਾਂ ਬਹੁਤ ਪਹਿਲਾਂ ਬਣ ਰਹੀਆਂ ਨੇ ਕਿ ਜਿਹੜਾ ਚਾਈਨਾ ਤੇ ਇੰਡੀਆ ਆ, ਇਹ ਜਿਹੜੇ ਲਾਰਜੈਸਟ ਜਿਹੜੇ ਮਤਲਬ ਕ੍ਰੌਪ ਪ੍ਰੋਡਿਊਸਿੰਗ ਕੰਟਰੀਜ਼ ਹੈਗੀਆਂ ਨੇ, ਕਿਉਂਕਿ ਇਹਨਾਂ ਕੋਲ ਕਾਫੀ ਪਾਪੂਲੇਸ਼ਨ ਆ ਤੇ ਕਾਫੀ ਅਨਾਜ ਦੀ ਖਪਤ ਹੁੰਦੀ ਆ, ਤੇ ਉਹ ਚਾਹੁੰਦੇ ਨੇ ਕਿ ਜਿਹੜਾ ਕਿਸਾਨ ਆ ਉਹਨੂੰ ਜ਼ਮੀਨਾਂ 'ਚੋਂ ਕੱਢ ਕੇ ਬਾਹਰ ਸ਼ਹਿਰੀ ਇਲਾਕਿਆਂ 'ਚ ਲਿਆਇਆ ਜਾਵੇ ਤਾਂ ਕਿ ਉੱਥੇ ਉਹਨਾਂ ਨੂੰ ਸਸਤੀ ਲੇਬਰ ਮਿਲ ਸਕੇ। ਤੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਕੰਪਨੀਜ਼ ਜਿਹੜੀਆਂ ਹੋਣਗੀਆਂ ਉਹ ਜਾ ਕੇ ਉਹਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਕੇ ਤੇ ਜੋ ਵੀ ਉਹ ਉਹਨਾਂ ਉਸ 'ਤੇ ਕਰਨਾ ਚਾਹੁੰਦੀਆਂ ਨੇ ਉਹ ਕਰਨ। ਤੇ ਮੈਨੂੰ ਲੱਗਦਾ ਕਿ ਇਸ ਬਿੱਲ ਨਾਲ ਉਸ ਚੀਜ਼ ਦੀ ਸ਼ੁਰੂਆਤ ਹੋਏਗੀ, ਕਿਉਂਕਿ ਜਦੋਂ ਕਿਸਾਨ ਨੂੰ ਬਣਦਾ ਮੁੱਲ ਨਹੀਂ ਮਿਲਣਾ ਉਹਦਾ ਤੇ ਉਹਨੇ ਅਗਰੀਮੈਂਟ 'ਚ ਫਸ ਜਾਣਾ, ਉਹ ਕੋਰਟ ਵੀ ਨਹੀਂ ਜਾ ਸਕਦਾ। ਇਸ ਬਿੱਲ ਦੇ ਅੰਡਰ ਇਹੋ ਜਿਹਾ ਵੀ ਕੁਛ ਹੈ ਕਿ ਉਹ ਕੋਰਟ ਵੀ ਨਹੀਂ ਜਾ ਸਕਦਾ ਤੇ ਕਿਤੇ ਨਾ ਕਿਤੇ ਉਹਦਾ ਵੀ ਇੱਕ ਸਿਸਟਮ ਜਿਹਾ ਇਹਨਾਂ ਨੇ ਬਣਾਇਆ ਆ ਕਿ ਉਹ ਡਾਇਰੈਕਟਲੀ ਤੁਸੀਂ ਉਹਨਾਂ ਦੇ ਖਿਲਾਫ ਕੁਝ ਬੋਲ ਨਹੀਂ ਸਕਦੇ। ਤੇ ਜੇ ਤੁਸੀਂ ਕੋਰਟ ਜਾਓਗੇ ਵੀ ਤਾਂ ਤੁਸੀਂ ਉਹਨਾਂ ਨੂੰ ਕੀ ਦੱਸੋਗੇ ਜਦੋਂ ਤੁਸੀਂ ਆਪ ਹੀ ਅਗਰੀਮੈਂਟ ਸਾਈਨ ਕੀਤਾ ਹੋਊਗਾ? ਤੇ ਫਿਰ ਇਹ ਕਿਤੇ ਨਾ ਕਿਤੇ ਜਾਂ ਤਾਂ ਤੁਹਾਡੀ ਜ਼ਮੀਨ ਤੇ ਖੇਤੀ ਕਰਨਗੇ ਤੇ ਫਿਰ ਤੁਹਾਨੂੰ ਮਰਜ਼ੀ ਦਾ ਠੇਕਾ ਦੇਣਗੇ ਤੇ ਫਿਰ ਕਿਸਾਨ ਆਪਣੇ ਘਰ 'ਚ ਹੀ ਬੇਘਰ ਹੋਊਗਾ। ਸੋ ਮੈਨੂੰ ਲੱਗਦਾ ਆ ਕਿ ਇਹ ਕਿਸਾਨਾਂ ਨੂੰ ਬਚਾਉਣ ਲਈ ਨਹੀਂ, ਉਹਨਾਂ ਨੂੰ ਹੋਰ ਮਾਰਨ ਲਈ ਬਣਾਇਆ ਗਿਆ ਬਿੱਲ ਆ। ਸੋ ਮੇਰੇ ਹਿਸਾਬ ਨਾਲ ਇਹ ਆ ਜੀ ਦੂਜੇ ਬਿੱਲ ਦੀ ਸੱਚਾਈ। ਸੋ ਤੀਸਰੇ ਬਿੱਲ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਹੈ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ। ਸੋ ਪਹਿਲਾਂ ਕੀ ਹੁੰਦਾ ਸੀ, ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਟਾਈਮ ਸੀ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਅਮਰੀਕਾ ਜਾਂ ਜਿਹੜੀਆਂ ਵੱਡੀਆਂ ਪਾਵਰਫੁਲ ਕੰਟਰੀਜ਼ ਸੀਗੀਆਂ ਉਹਨਾਂ ਕੋਲ ਜਾ ਕੇ ਇਸ ਗੱਲ ਲਈ ਰਿਕੁਐਸਟ ਕਰਨੀ ਪੈਂਦੀ ਸੀ ਕਿ ਸਾਨੂੰ ਅਨਾਜ ਭੇਜੋ, ਐਕਸਪੋਰਟ ਕਰੋ, ਕਿਉਂਕਿ ਉਸ ਵੇਲੇ ਕਿਤੇ ਨਾ ਕਿਤੇ ਸਾਡੇ ਕੋਲ ਥੋੜੀ ਕਮੀ ਸੀ ਅਨਾਜ ਦੀ। ਤੇ ਉਸ ਟਾਈਮ ਇਹ ਬਿੱਲ ਕਿਤੇ ਨਾ ਕਿਤੇ ਬਣਾਇਆ ਗਿਆ ਸੀ, ਇੱਕ ਰੂਲ ਬਣਾਇਆ ਗਿਆ ਸੀਗਾ ਕਿ ਜਿੰਨਾ ਵੀ ਅਨਾਜ ਉੱਧਰੋਂ ਆਉਂਦਾ ਆ ਉਹਦੀ ਇੱਕ ਲਿਮਿਟ ਸੈੱਟ ਕੀਤੀ ਗਈ ਸੀ ਕਿ ਤੁਸੀਂ ਇਸ ਤੋਂ ਜ਼ਿਆਦਾ ਸਟੋਰ ਨਹੀਂ ਕਰ ਸਕਦੇ ਤਾਂ ਕਿ ਪੂਰੇ ਦੇਸ਼ ਵਿੱਚ ਅਨਾਜ ਦੀ ਕੋਈ ਕਮੀ ਨਾ ਆਵੇ। ਸੋ ਉਸ ਚੀਜ਼ ਨੂੰ ਖਤਮ ਕੀਤਾ ਜਾ ਰਿਹਾ ਆ ਕਿ ਹੁਣ ਤੁਸੀਂ ਜਿੰਨਾ ਮਰਜ਼ੀ ਸਟੋਰ ਕਰੋ ਤੇ ਤੁਹਾਨੂੰ ਕੋਈ ਵੀ ਨਹੀਂ ਪੁੱਛਣ ਵਾਲਾ। ਸੋ ਤੁਹਾਨੂੰ ਕੀ ਲੱਗਦਾ ਆ ਸਟੋਰ ਕੌਣ ਕਰੂਗਾ? 4-5 ਕਿੱਲਿਆਂ ਦਾ ਮਾਲਕ? ਉਹਦੇ ਵਿਚਾਰੇ ਕੋ ਤੇ ਮੈਨੂੰ ਲੱਗਦਾ ਵੀ ਆਪਣੇ ਜਿਹੜੇ ਦਾਣੇ ਹੁੰਦੇ ਆ ਉਹ ਭੇਜਦੇ ਰਹਿੰਦੇ, ਉਹਨਾਂ ਦੇ ਮੰਡੀਆਂ 'ਚ ਰੁਲਦੇ ਰਹਿੰਦੇ ਆ ਜਿੰਨੀ ਕੁ ਉਹਨਾਂ ਦੀ ਫਸਲ ਹੁੰਦੀ ਆ, ਤੇ ਉਹਨਾਂ ਨੇ ਸਟੋਰ ਕਿੱਥੋਂ ਕਰਨਾ? ਤੇ ਜਿਹੜੇ ਵੱਡੇ ਵੱਡੇ ਸੈਲਰਸ ਆ ਉਹ ਤਾਂ ਅਡਾਨੀਆਂ ਅੰਬਾਨੀਆਂ ਕੋਲ ਹੀ ਨੇ। ਫਿਰ ਮੈਨੂੰ ਲੱਗਦਾ ਵੀ ਇੱਥੇ ਹੋਊਗੀ ਬਲੈਕ ਮਾਰਕੀਟ ਪ੍ਰਮੋਟ। ਉਹ ਸਟੋਰ ਕਰਕੇ ਰੱਖ ਲੈਣਗੇ ਕਿਸਾਨਾਂ ਨੂੰ ਘੱਟ ਰੇਟ ਤੇ ਵੀ ਆ ਤੁਹਾਡਾ ਜੀ ਦਾਣਾ ਨਹੀਂ ਪੂਰਾ ਬਣਿਆ ਜੀ, ਇੱਥੇ ਫਸਲ ਗਿੱਲੀ ਆ, ਜਾਂ ਜੋ ਵੀ ਉਹਨਾਂ ਨੂੰ ਰੀਜ਼ਨਸ ਦੇ ਕੇ ਉਹਨਾਂ ਤੋਂ ਘੱਟ ਰੇਟ ਤੇ ਖਰੀਦ ਲੈਣਗੇ, ਸਟੋਰ ਕਰ ਲੈਣਗੇ ਤੇ ਫਿਰ ਕਹਾਣੀ ਬਣੂਗੀ ਗੰਢਿਆਂ ਵਾਲੀ, ਪਿਆਜ਼ਾਂ ਵਾਲੀ, ਕਿ ਜਦੋਂ ਉਸ ਚੀਜ਼ ਦੀ ਸ਼ਾਰਟੇਜ ਮਾਰਕੀਟ 'ਚ ਆ ਜੂਗੀ ਤਾਂ ਫਿਰ ਉਹਨਾਂ ਨੂੰ ਆਪਣਾ ਪ੍ਰੋਫਿਟ ਕਮਾਉਣ ਦਾ ਮੌਕਾ ਮਿਲ ਜੂਗਾ ਤੇ ਉਹ ਉਹੀ ਚੀਜ਼ ਨੂੰ ਜੋ ਕਿ ਕਿਸਾਨ ਕੋਲੋਂ ਤਾਂ ਉਹਨਾਂ ਨੇ ਲਈ ਹੋਊਗੀ ਕਿਤੇ 30-40 ਰੁਪਏ ਕਿਲੋ, ਉਹਨੂੰ ਉਹ 250-300 ਰੁਪਏ ਕਿਲੋ ਦੇ ਰੇਟ ਤੇ ਵੇਚਣਗੇ। ਤੇ ਫਿਰ ਤੁਹਾਨੂੰ ਕੀ ਲੱਗਦਾ ਕਿ ਇਕੱਲਾ ਕਿਸਾਨ ਮਰੂਗਾ? ਫਿਰ ਜਿਹੜੇ ਆਪਾਂ ਗਵਰਨਮੈਂਟ ਜੌਬਸ ਵਾਲੇ ਜਾਂ ਬਿਜ਼ਨਸਮੈਨ ਜਾਂ ਜਿਹੜੇ ਸ਼ਹਿਰਾਂ 'ਚ ਬੈਠੇ ਆ ਜਿਨ੍ਹਾਂ ਨੂੰ ਲੱਗਦਾ ਕਿ ਸਾਨੂੰ ਕੋਈ ਫਰਕ ਨਹੀਂ ਪੈਣਾ, ਤੁਸੀਂ ਵੀ ਮਹਿੰਗਾਈ ਨਾਲ ਮਰੋਗੇ ਤੇ ਤੁਹਾਡੇ ਕੋਲ ਰੋਟੀ ਖਾਣੀ ਔਖੀ ਹੋ ਜਾਣੀ ਆ।
ਸੋ ਇਹ ਮੁੱਦਾ ਸਿਰਫ ਕਿਸਾਨਾਂ ਦਾ ਨਹੀਂ ਹੈਗਾ। ਜੇ ਕਿਸਾਨ ਮਰ ਰਿਹਾ ਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਵਰਗ ਮਰ ਰਹੇ ਨੇ, ਉਹਦੇ ਨਾਲ ਮੁਨੀਮ ਮਰ ਰਿਹਾ, ਉਹਦੇ ਨਾਲ ਟਰਾਂਸਪੋਰਟ ਵਾਲੇ ਮਰ ਰਹੇ ਨੇ, ਉਹਦੇ ਨਾਲ ਮਰ ਰਿਹਾ ਆ ਜੀ ਉਹ ਮਜ਼ਦੂਰ ਜੋ ਕੰਮ ਕਰ ਰਿਹਾ ਉਹਨਾਂ ਦੇ ਨਾਲ। ਤੇ ਪਤਾ ਨਹੀਂ ਛੋਟੇ ਛੋਟੇ ਜਿਹੜੇ ਵਿਚਾਰੇ ਲੇਬਰ ਕਲਾਸ ਜਿਹੜੇ ਆਪਣਾ ਬੱਚੀਆਂ ਕੁਚੀਆਂ ਜਿਹੜੀਆਂ ਝਾੜ ਜਿਹਾ ਹੁੰਦਾ ਆ ਫਸਲ ਚੋਂ, ਉਹਨੂੰ ਵੀ ਕਈ ਵੇਚ ਕੇ ਆਪਣਾ ਢਿੱਡ ਭਰਦੇ ਆ। ਸੋ ਸਾਰਾ ਹੀ ਪੰਜਾਬ, ਹਰਿਆਣਾ ਇਸ ਚੀਜ਼ ਨਾਲ ਇਫੈਕਟ ਹੁੰਦਾ, ਤੇ ਹੋਰ ਵੀ ਬਹੁਤ ਸਟੇਟਸ ਹੋ ਰਹੀਆਂ ਨੇ। ਕਿਉਂਕਿ ਜੇ ਅਸੀਂ ਸਿਰਫ ਪੰਜਾਬ ਦੀ ਗੱਲ ਕਰੀਏ ਤਾਂ 50 to 55%, 50 ਤੋਂ 55% ਜਿਹੜੀ ਪੋਪੂਲੇਸ਼ਨ ਆ ਉਹ ਐਗਰੀਕਲਚਰ ਤੇ ਖੇਤੀਬਾੜੀ ਤੇ ਨਿਰਭਰ ਕਰਦੀ ਆ। ਤੇ ਫਿਰ ਅਸੀਂ ਕਿਸ ਉਮੀਦ ਨਾਲ ਕਹਿ ਰਹੇ ਹਾਂ ਕਿ ਸਿਰਫ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਆ ਇੱਥੇ। ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਕਿਸਾਨਾਂ ਲਈ ਇਹ ਬਿੱਲ ਤੁਸੀਂ ਪਾਸ ਕਰ ਰਹੇ ਹੋ ਤੇ ਕਿਸਾਨਾਂ ਨੂੰ ਹੀ ਪੁੱਛਿਆ ਨਹੀਂ ਜਾ ਰਿਹਾ, ਉਹਨਾਂ ਤੇ ਚੀਜ਼ ਥੋਪੀ ਜਾ ਰਹੀ ਆ। ਮੈਨੂੰ ਮਤਲਬ ਇੱਥੇ ਮੈਂ ਇੱਕ ਸਿੰਪਲ ਜੀ ਐਗਜ਼ਾਮਪਲ ਦੇਣਾ ਚਾਹਾਂਗੀ ਕਿ ਮੰਨ ਲਓ ਅਸੀਂ ਡਾਕਟਰ ਕੋਲ ਜਾਂਦੇ ਆ ਤੇ ਡਾਕਟਰ ਨੂੰ ਅਸੀਂ ਕਹੀਏ ਕਿ ਜੀ ਮੈਨੂੰ ਇਸ ਦਵਾਈ ਨਾਲ ਫਰਕ ਨਹੀਂ ਪੈ ਰਿਹਾ, ਮੈਨੂੰ ਇਸ ਚੀਜ਼ ਨਾਲ ਘਬਰਾਹਟ ਹੋ ਰਹੀ ਆ, ਜਾਂ ਮੈਨੂੰ ਤਾਂ ਹੋਰ ਬਿਮਾਰੀ ਵੱਧ ਰਹੀ ਆ, ਤੇ ਡਾਕਟਰ ਕਹੇ ਵੀ ਨਹੀਂ ਨਹੀਂ ਤੂੰ ਇਹੀ ਦਵਾਈ ਖਾਣੀ ਆ, ਤੇ ਫਿਰ ਉਸ ਚੀਜ਼ ਦੀ ਸੈਂਸ ਨਹੀਂ ਬਣਦੀ। ਇਹ ਤਾਂ ਖਾਣ ਵਾਲੇ ਨੂੰ ਪਤਾ ਨਾ ਕਿ ਉਹ ਚੀਜ਼ ਉਹਦੇ ਤੇ ਅਸਰ ਕਰ ਰਹੀ ਆ ਜਾਂ ਨਹੀਂ ਕਰ ਰਹੀ। ਕਿਸਾਨ ਤਾਂ ਰੌਲੀ ਪਾਉਣ ਡੇ, ਹਾਏ ਹਾਏ ਕਰਨ ਡੇ ਵੀ ਅਸੀਂ ਮਰ ਚੱਲੇ ਆ, ਤੇ ਤੁਸੀਂ ਕਹਿ ਰਹੇ ਹੋ ਵੀ ਨਹੀਂ ਨਹੀਂ ਇਸ ਚੀਜ਼ 'ਚ ਤੁਹਾਡਾ ਫਾਇਦਾ ਆ। ਬੜੀ ਹੈਰਾਨੀ ਵਾਲੀ ਗੱਲ ਆ, ਬਹੁਤ ਜ਼ਿਆਦਾ ਹੈਰਾਨੀ ਵਾਲੀ ਗੱਲ ਆ। ਬਲਬੀਰ ਸਿੰਘ ਰਾਜੇਵਾਲ ਦੀ ਇੰਟਰਵਿਊ 'ਚ ਮੈਂ ਇੱਕ ਗੱਲ ਹੋਰ ਸੁਣੀ ਕਿ ਇਹ ਜੋ ਬਿੱਲ ਪਾਸ ਹੋਏ ਨੇ ਇਹਨਾਂ ਦੀ ਚਰਚਾ ਅੱਜ ਤੋਂ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ। ਉਹਨਾਂ ਨੇ ਇਹ ਦੱਸਿਆ ਕਿ ਉਹਨਾਂ ਦੀ ਇਹਦੇ ਬਾਰੇ ਗੱਲ ਅਕਾਲੀਆਂ, ਕਾਂਗਰਸੀਆਂ ਤੇ ਸਾਰੀਆਂ ਪਾਰਟੀਆਂ ਨਾਲ ਹੋਈ ਆ ਤੇ ਉਹਨਾਂ ਨੇ ਕੋਈ ਠੋਸ ਐਕਸ਼ਨ ਨਹੀਂ ਲਿਆ। ਤੇ ਮੈਨੂੰ ਇਹੀ ਲੱਗਦਾ ਆ ਕਿ ਅੱਜ ਸਾਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਲੜਾਈ ਨੂੰ ਲੜਨਾ ਚਾਹੀਦਾ ਆ, ਕਿਉਂਕਿ ਇਹ ਕਿਸੇ ਪਾਰਟੀ ਦੀ ਲੜਾਈ ਨਹੀਂ ਹੈਗੀ, ਇਹ ਕਿਸੇ ਜਾਤੀ ਕਿਸੇ ਧਰਮ ਦੀ ਲੜਾਈ ਨਹੀਂ ਹੈਗੀ, ਇਹ ਲੜਾਈ ਹੈ ਸਾਡੀ ਮਿੱਟੀ ਦੀ, ਸਾਡੇ ਹੱਕਾਂ ਦੀ। ਇੱਥੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਹ ਲੜਾਈ ਇਕਜੁੱਟ ਹੋ ਕੇ ਲੜਨ ਵਾਲੀ ਲੜਾਈ ਆ, ਕਿਉਂਕਿ ਇਹ ਹਰ ਇੱਕ ਵਰਗ ਨੂੰ ਕਿਤੇ ਨਾ ਕਿਤੇ ਨੁਕਸਾਨ ਕਰੇਗੀ। ਦੂਸਰੀ ਗੱਲ ਮੈਂ ਜੋ ਕਰਨੀ ਚਾਹੁੰਦੀ ਹਾਂ ਉਹ ਆ ਜੀ ਸਿੰਗਰਸ ਨੂੰ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਜੀ ਸਿੰਗਰ ਮਾੜੇ ਨੇ, ਜੀ ਸਿੰਗਰਾਂ ਨੇ ਨਸ਼ੇ ਪ੍ਰਮੋਟ ਕਰਤੇ, ਸਿੰਗਰ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ। ਪਰ ਅੱਜ ਜੋ ਗਰਾਊਂਡ ਲੈਵਲ ਤੇ ਆ ਕੇ ਸੀਨੀਅਰ ਤੋਂ ਲੈ ਕੇ ਜੂਨੀਅਰ ਸਿੰਗਰਸ ਤੱਕ ਜੋ ਇਹ ਕੰਮ ਨੂੰ ਕਰ ਰਹੇ ਨੇ ਉਹ ਬਹੁਤ ਹੀ ਜ਼ਿਆਦਾ ਐਪਰੀਸ਼ੀਏਬਲ ਆ। ਜਿਸ ਹਿੰਮਤ ਨਾਲ, ਹੌਸਲੇ ਨਾਲ ਉਹ ਯੂਥ ਨੂੰ ਜੋਸ਼ ਤੋਂ ਨਾ ਹੋਸ਼ ਤੋਂ ਕੰਮ ਲੈਣ ਲਈ ਪ੍ਰੇਰ ਰਹੇ ਨੇ, ਉਹ ਬਹੁਤ ਹੀ ਜ਼ਿਆਦਾ ਸਲਾਹਯੋਗ ਆ। ਜਿਵੇਂ ਕਿ ਤੁਸੀਂ ਸ਼ਾਇਦ ਜਸ ਬਾਜਵੇ ਦੀ ਸਪੀਚ ਸੁਣੀ ਹੋਵੇ ਕਿ ਕਿਵੇਂ ਉਹ ਕਹਿ ਰਹੇ ਨੇ ਕਿ 10 ਲੱਖ ਬੰਦਾ ਜੇ ਸ਼ੰਭੂ ਬਾਰਡਰ ਤੇ ਇਕੱਠਾ ਹੋ ਜਾਵੇ ਤਾਂ ਸਰਕਾਰਾਂ ਨੂੰ ਇੱਕ ਵਾਰੀ ਜ਼ਰੂਰ ਸੋਚਣ ਦੀ ਲੋੜ ਪਏਗੀ ਕਿ ਸਾਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਸੋ ਗੱਲ ਫਿਰ ਉੱਥੇ ਹੀ ਆ ਕਿ ਸਾਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਆ, ਕਿਉਂਕਿ ਅੱਜ ਜੋ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ ਉਸ ਤੋਂ ਮਾੜੇ ਹਾਲਾਤਾਂ ਨੂੰ ਅਸੀਂ ਨਹੀਂ ਉਡੀਕ ਸਕਦੇ। ਅੱਜ ਧਰਤੀ ਵਿੱਚ ਜ਼ਹਿਰ ਮਿਲ ਚੁੱਕਾ ਹੋਇਆ ਆ, ਪਾਣੀ 350 ਫੁੱਟ ਤੱਕ ਥੱਲੇ ਜਾ ਚੁੱਕਾ ਹੋਇਆ ਆ, ਮਾਲਵੇ ਵੱਲ ਕੈਂਸਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਆ। ਤੇ ਹੁਣ ਕੀ ਕਰਨਾ ਚਾਹੁੰਦੇ ਨੇ ਉਹ, ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਸਾਡੇ ਕੋਲ ਕੀ ਕਹਿੰਦੇ ਨੇ ਕਿ ਜਿਹੜੀ ਮਾਣ ਵਾਲੀ ਗੱਲ ਆ, ਜਿਹਦੇ ਨਾਲ ਅਸੀਂ ਜੀਂਦੇ ਆ, ਸਾਡੀ ਜ਼ਮੀਨ, ਸਾਡੀ ਕਿਸਾਨੀ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਫਿਰ ਕਿਉਂ ਨਹੀਂ ਅਸੀਂ ਬੋਲਾਂਗੇ? ਇਕਜੁੱਟ ਹੋ ਕੇ ਸਾਨੂੰ ਉੱਥੇ ਜਾ ਕੇ ਬਾਰਡਰ ਤੇ ਜੇ ਦਿੱਲੀ ਤੱਕ ਵੀ ਜਾਣਾ ਆ ਤਾਂ ਇੱਕ ਰਣਨੀਤੀ ਦੀ ਲੋੜ ਆ, ਇੱਕ ਇਹੋ ਜਿਹੇ ਆਗੂ ਦੀ ਲੋੜ ਆ ਜੋ ਯੂਥ ਨੂੰ ਸਹੀ ਰਸਤਾ ਦਿਖਾਵੇ, ਕਿਉਂਕਿ ਇਹ ਜਾਨਾਂ ਦੇਣ ਦਾ ਟਾਈਮ ਨਹੀਂ ਹੈਗਾ। ਇਹ ਟਾਈਮ ਆ ਆਪਣੇ ਹੱਕਾਂ ਲਈ ਲੜਨ ਦਾ ਤੇ ਸਰਕਾਰਾਂ ਨੂੰ ਦੱਸਣ ਦਾ ਕਿ ਤੁਸੀਂ ਸਾਡੇ ਨਾਲ ਧੱਕਾ ਨਹੀਂ ਕਰ ਸਕਦੇ, ਅਸੀਂ ਆਪਣੀ ਮਰਜ਼ੀ ਦੇ ਆਪ ਮਾਲਕ ਆ, ਸਾਨੂੰ ਵੀ ਆਪਣੇ ਚੰਗੇ ਮਾੜੇ ਦਾ ਪਤਾ ਆ।
ਸੋ ਇਹ ਗੱਲ ਕਿਤੇ ਨਾ ਕਿਤੇ ਸਰਕਾਰਾਂ ਨੂੰ ਸਮਝਾਉਣ ਦੀ ਲੋੜ ਜ਼ਰੂਰ ਹੈਗੀ ਆ। ਸੋ ਐਂਡ ਵਿੱਚ ਮੈਂ ਇਹੀ ਕਹਿਣਾ ਚਾਹੂੰਗੀ ਕਿ ਜ਼ਿਆਦਾ ਜੋਸ਼ ਤੋਂ ਕੰਮ ਨਾ ਲੈਂਦੇ ਹੋਏ ਹੋਸ਼ ਨਾਲ ਕੰਮ ਲਓ, ਆਪਣੇ ਹੱਕਾਂ ਨੂੰ ਜਾਣੋ ਤੇ ਉਹਨਾਂ ਲਈ ਲੜੋ। ਤੇ ਉਹ ਜਿਹੜੇ ਸਿੰਗਰਸ ਜਿਹੜੇ ਹਜੇ ਵੀ ਨਹੀਂ ਬੋਲ ਰਹੇ, ਜਿਹੜੇ ਐਕਟਰਸ ਜਿਹੜੇ ਉਸ ਧਰਤੀ ਦੇ ਜਾਏ ਨੇ, ਮੇਰੀ ਉਹਨਾਂ ਨੂੰ ਬੇਨਤੀ ਆ ਕਿ ਆਪਣੀ ਧਰਤੀ ਦੇ ਲਈ, ਆਪਣੀ ਪੰਜਾਬ ਦੇ ਲਈ ਹਾਂ ਦਾ ਨਾਰਾ ਜ਼ਰੂਰ ਮਾਰੋ। ਤੇ ਇਹ ਸਿਰਫ ਪੰਜਾਬ ਦੀ ਗੱਲ ਨਹੀਂ, ਅਸੀਂ ਜਿਹੜੇ NRI ਕੈਨੇਡਾ, ਅਮਰੀਕਾ, UK, ਇਹਨਾਂ ਸਾਰੇ ਬਾਹਰਲੇ ਦੇਸ਼ਾਂ ਵਿੱਚ ਵੀ ਬੈਠੇ ਹਾਂ, ਇਹ ਸਾਡੇ ਲਈ ਵੀ ਬਹੁਤ ਚਿੰਤਾ ਦਾ ਵਿਸ਼ਾ ਆ, ਕਿਉਂਕਿ ਸਾਡੀਆਂ ਫੈਮਲੀਜ਼ ਤੇ ਉੱਥੇ ਹੀ ਨੇ, ਸਾਡੀ ਧਰਤੀ ਤੇ ਉਹੀ ਆ, ਜਾਏ ਤਾਂ ਅਸੀਂ ਉਸੇ ਧਰਤੀ ਦੇ ਆ ਤੇ ਮੁੜ ਵੀ ਅਸੀਂ ਉੱਥੇ ਹੀ ਜਾਣਾ ਆ। ਸੋ ਪਲੀਜ਼ ਸਾਰੇ ਜਾਣੇ ਇੱਕ ਵਾਰੀ ਇਕੱਠੇ ਹੋ ਕੇ, ਇਸ ਵਾਰੀ ਨਾ ਪਿੱਛੇ ਮੁੜ ਕੇ ਤੇ ਇਸ ਜੰਗ ਨੂੰ ਜਿੱਤਣ ਦਾ ਨਿਸ਼ਚਾ ਕਰਕੇ ਅਸੀਂ ਘਰੋਂ ਤੁਰੀਏ ਤੇ ਜ਼ਰੂਰ ਸਾਡੀ ਗੱਲ ਕਿਤੇ ਨਾ ਕਿਤੇ ਪੂਰੀ ਹੋਏਗੀ। ਸੋ ਜ਼ਿਆਦਾ ਲੰਬਾ ਨਾ ਕਰਦੇ ਹੋਏ ਮੈਂ ਐਂਡ 'ਚ ਇਹੀ ਕਹਿਣਾ ਚਾਹੂੰਗੀ ਕਿ ਅਸੀਂ ਪੰਜਾਬੀ ਹੁੰਨੇ ਆ ਤੇ ਪੰਜਾਬੀਆਂ ਨੇ ਡੰਡੇ ਜਾਂ ਖੰਡੇ ਨੂੰ ਫੜ ਕੇ ਹਮੇਸ਼ਾ ਹੀ ਇਤਿਹਾਸ ਲਿਖ ਦਿੱਤਾ ਆ, ਚਾਹੇ ਉਹ ਆਪਣੇ ਲਹੂ ਦੇ ਨਾਲ ਹੋਵੇ ਤੇ ਚਾਹੇ ਉਹ ਵੈਰੀ ਦੇ ਲਹੂ ਨਾਲ ਹੋਵੇ। ਤੇ ਦੂਸਰੀ ਗੱਲ ਮੈਂ ਸਰਕਾਰਾਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੀ ਆ ਕਿ ਤੁਸੀਂ ਇੱਕ ਵਾਰੀ ਦਿੱਲੀ ਦੀ ਧਰਤੀ ਤੋਂ ਜ਼ਰੂਰ ਪੁੱਛ ਲਿਓ ਕਿ ਇਹ ਉਹੀ ਧਰਤੀ ਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਡੰਡੇ ਵਾਲੀ ਫੌਜਾਂ ਨੂੰ ਲੈ ਕੇ ਤੋਪਾਂ ਵਾਲੀ ਸਰਹੰਦ ਨੂੰ ਫਤਿਹ ਕਰਨ ਤੁਰਿਆ ਸੀ ਤੇ ਕਰ ਵੀ ਲਈ ਸੀ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸਤਿ ਸ਼੍ਰੀ ਅਕਾਲ ਜੀ।